ਨਵੇਂ ਖੇਤੀ ਕਾਨੂੰਨਾਂ ਵਿੱਚ MSP ਕੋਈ ਪ੍ਰਾਵਧਾਨ ਨਹੀਂ ਹੈ। ਇੱਕ ਹੋਰ ਪੱਖ ਘੱਟੋ ਘੱਟ ਨਿਊਨਤਮ ਮੁੱਲ MSP ਦਾ ਹੈ। ਇਹਨਾਂ ਕਾਨੂੰਨਾਂ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਇੱਕ ਸੂਚਨਾ ਦਾ ਅਦਾਰਾ ਬਣਾਏਗੀ ਜਿਸ ਰਾਹੀਂ ਇਲੈਕਟ੍ਰੋਨਿਕ ਵਪਾਰੀ ਨੂੰ ਪਤਾ ਲੱਗਦਾ ਰਹੇਗਾ ਕਿ ਕਿਹੜੀ ਮੰਡੀ ਵਿੱਚ ਜਿਨਸ ਦਾ ਕੀ ਭਾਅ ਚੱਲ ਰਿਹਾ ਹੈ, ਜਿਸ ਨੂੰ ਆਧਾਰ ਬਣਾ ਕੇ ਵਪਾਰੀ ਫਸਲ ਖਰੀਦ ਕਰੇਗਾ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਵਪਾਰੀ ਤੇ MSP ਦੀ ਖਰੀਦ ਕਰਨ ਦੀ ਕੋਈ ਪਾਬੰਦੀ ਨਹੀਂ। ਸਾਰੇ ਕਾਨੂੰਨਾਂ ਵਿੱਚ ਕਿਤੇ ਵੀ MSP ਦਾ ਜ਼ਿਕਰ ਹੀ ਨਹੀਂ। 10 ਜੁਲਾਈ 1913 ਨੂੰ ਭਾਰਤ ਸਰਕਾਰ ਵੱਲੋਂ ਇੱਕ ਐਲਾਨ ਜਾਰੀ ਕੀਤਾ ਗਿਆ ਸੀ ਕਿ ਸਰਕਾਰ ਨੇ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਹੈ ਅਤੇ ਸਰਕਾਰੀ ਖਰੀਦ ਜਾਰੀ ਰੱਖਣ ਬਾਰੇ ਤੇ ਕਿਸਾਨਾਂ ਨੂੰ ਸਮਰਥਨ ਮੁੱਲ ਦਿੰਦੇ ਰਹਿਣ ਬਾਰੇ ਹੇਠ ਲਿਖੀਆਂ ਏਜੰਸੀਆਂ ਕੰਮ ਕਰਨਗੀਆਂ ਅਤੇ ਸਮਰਥਨ ਮੁੱਲ ਤੇ ਖਰੀਦਾਰੀ ਜਾਰੀ ਰੱਖਣਗੀਆਂ। ਜੇਕਰ ਇਹਨਾਂ ਏਜੰਸੀਆਂ ਦੁਆਰਾ ਕਿਸਾਨਾਂ ਨੂੰ ਸਮਰਥਨ ਮੁੱਲ ਦੇਣ ਵਿੱਚ ਕੋਈ ਘਾਟਾ ਪੈਂਦਾ ਹੈ ਤਾਂ ਭਾਰਤ ਸਰਕਾਰ ਇਸ ਪੂਰੇ ਘਾਟੇ ਨੂੰ ਸਹਿਣ ਕਰੇ। ਏਜੰਸੀਆਂ FCI ਹਰ ਕਿਸਮ ਦੇ ਅਨਾਜ ਦੀ ਖਰੀਦਦਾਰੀ ਕਰੇਗੀ। NAFED, CWC, NCCF ਅਤੇ SFAC ਦਾਲਾਂ ਤੇ ਤੇਲ ਵਾਲੇ ਬੀਜ ਖਰੀਦ ਕਰਨਗੀਆਂ। NAFED ਕਪਾਹ ਵੀ ਖਰੀਦੇਗੀ। ਇਸ ਘੋਸ਼ਣਾ ਪੱਤਰ ਦਾ ਨੰਬਰ 6/3/2012 FEBES ਵੋਲੀਅਮ 11 ਹੈ। ਇਹ ਸਫ਼ਾ ਨੰਬਰ 64 ਤੇ ਹੈ। ਨਵੇਂ ਖੇਤੀ ਕਾਨੂੰਨਾਂ ਵਿੱਚ ਇਸ ਪ੍ਰੋਗਰਾਮ ਦਾ ਕੋਈ ਜ਼ਿਕਰ ਹੀ ਨਹੀਂ ਹੈ, ਸਗੋਂ ਸਰਕਾਰ ਤੇ FCI ਖਰੀਦਦਾਰੀ ਦੀ ਪਰਿਭਾਸ਼ਾ 'ਚੋਂ ਬਾਹਰ ਨਿਕਲ ਚੁੱਕੇ ਹਨ। ਇਹਨਾਂ ਏਜੰਸੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। FCI ਨੂੰ ਬੰਦ ਕਰਨ ਲਈ ਸ਼ਾਂਤਾ ਕੁਮਾਰ ਕਮੇਟੀ ਪਹਿਲਾਂ ਹੀ ਸਿਫਾਰਿਸ਼ ਦੇ ਚੁੱਕੀ ਹੈ। ਇਹਨਾਂ ਕਾਨੂੰਨਾਂ ਵਿੱਚ ਸਮਰਥਨ ਮੁੱਲ ਦਾ ਕੋਈ ਪ੍ਰਾਵਧਾਨ ਨਹੀਂ ਹੈ। ਇਹ ਇਹਨਾਂ ਦੀ ਸਭ ਤੋਂ ਵੱਡੀ ਨਾਕਾਮੀ ਹੈ। ਮੰਡੀਕਰਨ ਦਾ ਪਿਛੋਕੜ 5 ਜੂਨ 2020 ਤੋਂ ਹੀ ਜ਼ਰੂਰੀ ਵਸਤਾਂ ਨੂੰ ਜ਼ਰੂਰੀ ਵਸਤਾਂ 1955 ਦੇ ਕਾਨੂੰਨੀ ਦਾਇਰੇ 'ਚੋਂ ਬਾਹਰ ਕੱਢ ਕੇ ਤੇ ਵਪਾਰੀਆਂ ਤੇ ਜਮਾਖੋਰਾਂ ਨੂੰ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਕੇ ਉਹਨਾਂ ਨੂੰ ਇੱਕ ਨਵਾਂ ਮੰਡੀਕਰਨ ਸਿਸਟਮ ਪ੍ਰਦਾਨ ਕੀਤਾ ਹੈ। ਇਸ ਦੇ ਮੰਤਵਾਂ ਵਿੱਚ ਲਿਖਿਆ ਹੈ ਕਿ ਇਹ ਕਿਸਾਨ ਤੇ ਵਪਾਰੀਆਂ ਦੀ ਪਸੰਦ ਅਨੁਸਾਰ ਖਾਦ ਪਦਾਰਥ ਵੇਚਣ ਤੇ ਖਰੀਦਣ ਦਾ ਸਿਸਟਮ ਤਿਆਰ ਕੀਤਾ ਗਿਆ ਹੈ। ਪਰ ਅਸਲ ਵਿੱਚ ਜਿਵੇਂ ਕਿ ਧਾਰਾ ਨੰਬਰ 1 ਵਿੱਚ ਹੀ ਲਿਖ ਦਿੱਤਾ ਗਿਆ ਹੈ ਕਿ ਇਹ ਕਿਸਾਨ ਦੀ ਉਪਜ ਤੇ ਵਪਾਰ ਨੂੰ ਸਹੂਲਤ ਤੇ ਬੜਾਵਾ ਦੇਣ ਵਾਸਤੇ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੇ ਵਪਾਰੀਆਂ ਨੂੰ ਖੁੱਲ੍ਹ ਖੇਡਣ ਦਾ ਮੌਕਾ ਮਿਲ ਗਿਆ ਹੈ। ਥੋੜ੍ਹਾ ਯਾਦ ਕਰੀਏ ਕਿ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਤੇ ਖੇਤੀ ਨੂੰ ਲਾਹੇਵੰਦ ਬਣਾਉਣ ਵਾਸਤੇ ਇਹ ਮੌਜੂਦਾ ਸਿਸਟਮ ਕਿਵੇਂ ਹੋਂਦ 'ਚ ਆਇਆ। ਜਿਸ ਵੇਲੇ ਮੰਡੀਕਰਨ ਦਾ ਕੋਈ ਸਿਸਟਮ ਨਹੀਂ ਸੀ, ਵਪਾਰੀ ਕੱਪੜੇ ਹੇਠ ਹੱਥ ਲੁਕਾ ਕੇ ਉਂਗਲਾਂ ਨਾਲ ਕਿਸਾਨਾਂ ਦੀ ਉਪਜ ਦਾ ਭਾਅ ਤੈਅ ਕਰਦੇ ਸੀ ਤੇ ਉਹ ਕਿਸਾਨ ਨੂੰ ਸੁਣਾ ਦਿੱਤਾ ਜਾਂਦਾ ਸੀ। ਮਜਬੂਰ ਕਿਸਾਨ ਉਸੇ ਭਾਅ ਵੇਚ ਦਿੰਦਾ ਸੀ ਤੇ ਉਪਜ ਦੀ ਕੀਮਤ, ਪਿਛਲਾ ਵਿਆਜ, ਜਿਸ ਦੀ ਕੋਈ ਹੱਦ ਤੈਅ ਨਹੀਂ ਸੀ, ਮਸੇ ਪੂਰੇ ਕਰਦਾ ਸੀ। ਅੰਗਰੇਜ਼ ਸਰਕਾਰ ਨੇ 2 ਕਾਨੂੰਨ ਪਾਸ ਕੀਤੇ। ਇੱਕ 1918 ਵਿੱਚ ਯੂਜ਼ੂਰੀਅਸ ਲੋਨਸ ਐਕਟ ਵਿੱਚ ਸੋਧ ਕੀਤੀ ਤੇ ਗਹਿਣੇ ਧਰ ਕੇ ਲਏ ਗਏ ਕਰਜ਼ੇ ਤੇ ਵਿਆਜ ਦਰ 7.5% ਜਾਂ ਬੈਂਕ ਵਿਆਜ ਤੇ 2% ਵੱਧ ਅਤੇ ਸਧਾਰਨ ਕਰਜ਼ੇ ਤੇ ਵੱਧ ਤੋਂ ਵੱਧ 12% ਵਿਆਜ ਹੱਦ ਤੈਅ ਕਰ ਦਿੱਤੀ। 1930 ਵਿੱਚ ਰੈਂਡੀਸ਼ਨ ਆਫ ਅਕਾਊਂਟਸ ਐਕਟ ਪਾਸ ਕੀਤਾ ਗਿਆ। ਪਾਸ ਕਰਕੇ ਕਰਜ਼ਾ ਦੇਣ ਵਾਲੇ ਸ਼ਾਹੂਕਾਰ ਲਈ ਜ਼ਰੂਰੀ ਬਣਾ ਦਿੱਤਾ ਗਿਆ ਕਿ ਉਹ ਸਾਲ ਵਿੱਚ 2 ਵਾਰ 15 ਜੂਨ ਤੇ 15 ਦਸੰਬਰ ਨੂੰ ਹਿਸਾਬ ਕਿਤਾਬ ਦੀ ਨਕਲ ਕਰਜ਼ਦਾਰ ਨੂੰ ਲਾਜ਼ਮੀ ਦੇਵੇ, ਜਿਸ ਦੀ ਕੋਈ ਸ਼ਾਹੂਕਾਰ ਪਾਲਣਾ ਨਹੀਂ ਕਰ ਰਿਹਾ। 1934 ਵਿੱਚ ਸਰ ਛੋਟੂ ਰਾਮ ਦੇ ਯਤਨਾਂ ਨਾਲ ਪੰਜਾਬ ਰਿਲੀਫ ਆਫ ਇੰਡੈਟਡਨੈਸ ਐਕਟ ਪਾਸ ਕਰਕੇ ਕਰਜ਼ਾ ਮੁਕਤੀ ਦਾ ਯਤਨ ਕੀਤਾ ਗਿਆ। 1939 ਵਿੱਚ ਮੰਡੀਕਰਨ ਬਾਰੇ ਕਾਨੂੰਨ ਬਣਾਇਆ ਤੇ ਪਹਿਲੀ ਵਾਰ ਪੰਜਾਬ ਵਿੱਚ ਮੰਡੀਆਂ ਸਥਾਪਿਤ ਹੋਈਆਂ। ਪਾਕਿਸਤਾਨ ਵਿੱਚ ਹੁਣ ਵੀ ਇਸੇ 1939 ਵਾਲੇ ਕਾਨੂੰਨ ਨੂੰ ਜ਼ਰੂਰੀ ਸੋਧਾਂ ਕਰਕੇ ਮੰਡੀਆਂ ਚੱਲ ਰਹੀਆਂ ਹਨ। 1939 ਤੋਂ ਬਾਅਦ ਸ਼ਾਹੂਕਾਰਾਂ ਤੋਂ ਛੁਟਕਾਰਾ ਪਾਉਣ ਲਈ ਪੇਂਡੂ ਕੋਆਪਰੇਟਿਵ ਸੁਸਾਇਟੀਆਂ ਵੱਲ ਰੁਖ ਮੋੜਿਆ ਗਿਆ ਤਾਂ ਕਿ ਲੋੜ ਪੈਣ 'ਤੇ ਕਿਸਾਨ ਆਪਣੀ ਸੁਸਾਇਟੀ ਤੋਂ ਕਰਜ਼ਾ ਲੈ ਸਕੇ।
ਇਨ੍ਹਾਂ ਸਾਰੇ ਕਦਮਾਂ ਦੇ ਪਿੱਛੇ ਗੰਭੀਰ ਸਰਵੇਖਣ ਤੇ ਕਮੇਟੀਆਂ ਦੀਆਂ ਰਿਪੋਰਟਾਂ ਸਨ। 1951 ਵਿੱਚ ਮਾਰਕੀਟ ਕਮੇਟੀ, 1954 ਵਿੱਚ ਥਾਪਰ ਕਮੇਟੀ ਬਣੀ। 1951 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਲੈਨਿੰਗ ਕਮੇਟੀ ਨੇ ਪੇਂਡੂ ਮੰਡੀਕਰਨ ਤੇ ਆਰਥਿਕਤਾ ਬਾਰੇ ਸਬ ਕਮੇਟੀ ਬਣਾਈ। ਉੱਪਰ ਦੱਸੀਆਂ ਕਮੇਟੀਆਂ ਦੀਆਂ ਰਿਪੋਰਟਾਂ ਤੇ ਸਰਵੇਖਣਾਂ ਦੇ ਨਿਰੀਖਣ ਤੋਂ ਇਹ ਸੋਚਿਆ ਗਿਆ ਕਿ ਜੇਕਰ ਕਿਸਾਨ ਦੇ ਮੰਡੀਕਰਨ ਵਿੱਚ ਮਦਦ ਕੀਤੀ ਜਾਵੇ ਤਾਂ ਕਿਸਾਨ ਦੀ ਹਾਲਤ ਸੁਧਰ ਸਕਦੀ ਹੈ। ਕਿਸਾਨਾਂ ਨੂੰ ਆਧੁਨਿਕ ਮੰਡੀ ਪ੍ਰਣਾਲੀ ਪੈਦਾ ਕਰਨ ਲਈ ਸੂਬਿਆਂ ਵਿੱਚ ਖੇਤੀ ਉਪਜ ਮਾਰਕੀਟ ਐਕਟ ਪਾਸ ਕੀਤੇ ਗਏ, ਜਿਸ ਅਧੀਨ ਯੋਗ ਥਾਵਾਂ 'ਤੇ ਮੰਡੀਆਂ ਬਣਾਉਣ, ਉਹਨਾਂ ਦੀ ਦੇਖਭਾਲ ਕਰਨ ਲਈ ਇੱਕ ਮੰਡੀਕਰਨ ਬੋਰਡ ਬਣਾਇਆ ਗਿਆ। ਮੰਡੀਆਂ ਲਈ ਜ਼ਮੀਨਾਂ ਦਾ ਅਧਿਕਰਨ ਕਰਕੇ ਸ਼ੈੱਡ ਬਣਾਉਣਾ, ਆੜ੍ਹਤੀਆਂ ਵਾਸਤੇ ਬੈਠਣ ਨੂੰ ਥਾਵਾਂ, ਕਿਸਾਨਾਂ ਲਈ ਕਿਸਾਨ ਘਰ, ਇੱਕ ਪੂਰਾ ਸਿਸਟਮ ਹੋਂਦ ਵਿੱਚ ਆਇਆ। ਉਪਜ ਨੂੰ ਖਰੀਦ ਵਾਲੇ ਤੋਂ ਟੈਕਸ, ਸੈਸ ਤੇ ਹੋਰ ਖਰਚੇ ਲਏ ਜਾਂਦੇ ਹਨ, ਜਿਸ ਨਾਲ ਰਾਜ ਦੇ ਡਿਵੈਲਪਮੈਂਟ ਕਾਰਜ, ਸੜਕਾਂ ਆਦਿ ਬਣਦੀਆਂ ਹਨ। ਇਹ ਕਿਸਾਨ ਦੀ ਦੇਣਦਾਰੀ ਨਹੀਂ, ਖਰੀਦਣ ਵਾਲੇ ਦੀ ਹੈ। ਇਸੇ ਤਰ੍ਹਾਂ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਮੰਡੀਕਰਨ ਲਈ ਗੱਜ ਸਰਕਾਰਾਂ ਵੱਲੋਂ ਕਾਨੂੰਨ ਬਣਾਏ ਗਏ, ਜਿਨ੍ਹਾਂ ਨੂੰ APMC ਕਿਹਾ ਜਾਂਦਾ ਹੈ। ਇਨ੍ਹਾਂ ਕਾਨੂੰਨਾਂ ਵਿੱਚ ਕਿਸਾਨ ਨੂੰ ਇਸ ਖਰਚੇ ਤੋਂ ਭਾਰ ਮੁਕਤ ਹੋਣਾ ਦੱਸਿਆ ਗਿਆ ਹੈ, ਜਿਹੜਾ ਠੀਕ ਨਹੀਂ ਹੈ। ਇਹ ਪਹਿਲਾਂ ਹੀ ਕਿਸਾਨ ਦੀ ਨਹੀਂ ਬਲਕਿ ਖਰੀਦਦਾਰ ਦੀ ਦੇਣਦਾਰੀ ਸੀ। ਕਿਸਾਨ ਮੰਡੀ ਦੇ ਖਰਚਿਆਂ ਤੋਂ ਭਾਰ ਤੋਂ ਮੁਕਤ ਸੀ। ਵਣਜ ਵਪਾਰ ਬਾਰੇ ਕਾਨੂੰਨ। ਕੀ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਕਿ ਮੌਜੂਦਾ ਮੰਡੀਆਂ ਖਤਮ ਕਰ ਦਿੱਤੀਆਂ ਗਈਆਂ ਹਨ? ਇਸ ਨਵੇਂ ਬਣਾਏ ਜਾ ਰਹੇ ਮੰਡੀਕਰਨ ਸਿਸਟਮ ਵਿੱਚ ਮੌਜੂਦਾ ਮੰਡੀਕਰਨ ਦੇ ਸਮੁੱਚੇ ਅਦਾਰੇ ਨੂੰ ਇੱਕ ਪਾਸੇ ਰੱਖ ਦਿੱਤਾ ਗਿਆ ਹੈ। ਐਕਟ ਦੀ ਧਾਰਾ 2A ਵਿੱਚ ਜੋ ਖਰੀਦ ਕੇਂਦਰ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਸ ਵਿੱਚ ਵਪਾਰੀ ਨੂੰ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਦੂਰ ਕਿਸੇ ਹੋਰ ਰਾਜ ਜਾਂ ਦੇਸ਼ ਵਿੱਚ ਬੈਠਾ ਆਪਣੇ ਨਿਯੁਕਤ ਕੀਤੇ ਨੁਮਾਇੰਦਾ ਰਾਹੀਂ ਕਿਸੇ ਇਹੋ ਜਿਹੀ ਜਗ੍ਹਾ ਜਿਵੇਂ ਫਾਰਮਗੇਟ ਭਾਵ ਖੇਤ ਵਿੱਚੋਂ ਜਾਂ ਫੈਕਟਰੀਆ ਏਰੀਆ, ਵੇਅਰਹਾਊਸ, ਸਿਲੋ, ਕੋਲਡ ਸਟੋਰੇਜ ਆਦਿ ਥਾਵਾਂ ਤੋਂ ਸਿੱਧਾ ਕਿਸਾਨ ਤੋਂ ਫਸਲ ਖਰੀਦ ਸਕਦਾ ਹੈ ਤੇ ਦੂਜੇ ਰਾਜਾਂ ਵਿੱਚ ਲਿਜਾ ਸਕਦਾ ਹੈ ਜਾਂ ਕਿਸੇ ਬਾਹਰਲੇ ਦੇਸ਼ ਨੂੰ ਐਕਸਪੋਰਟ ਕਰ ਸਕਦਾ ਹੈ। ਉਸ 'ਤੇ ਕੋਈ ਪਾਬੰਦੀ ਨਹੀਂ ਕਿ ਉਹ MSP ਦੇ ਤੇ ਫਸਲ ਖਰੀਦੇ। ਖਰੀਦ ਕਰਨ ਵਾਸਤੇ ਉੱਪਰ ਦੱਸੀਆਂ ਥਾਵਾਂ ਵਿੱਚ ਮੌਜੂਦਾ ਮੰਡੀ ਸ਼ਾਮਿਲ ਨਹੀਂ। ਨਾ ਇਸ ਵਿੱਚ ਮਾਰਕੀਟ ਕਮੇਟੀ ਦਾ ਬਣਾਇਆ ਹੋਇਆ ਕੋਈ ਯਾਰਡ, ਖਰੀਦ ਕੇਂਦਰ ਜਾਂ ਪ੍ਰਾਈਵੇਟ ਮੰਡੀ ਜਾਂ ਮਾਰਕੀਟ ਕਮੇਟੀ ਵੱਲੋਂ ਬਣਾਈਆਂ ਕੋਈ ਖਰੀਦ ਕੇਂਦਰ ਸ਼ਾਮਿਲ ਹੈ। ਵਣਜ ਤੇ ਵਪਾਰ ਸੰਬੰਧੀ ਐਕਟ ਦੀ ਧਾਰਾ 2A ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਟ੍ਰੇਡ ਏਰੀਏ ਵਿੱਚ ਮੌਜੂਦਾ ਮੰਡੀਆਂ ਤੇ ਸਬ ਯਾਰਡ ਸ਼ਾਮਿਲ ਨਹੀਂ ਹੋਣਗੇ। ਇਹ ਮੌਜੂਦਾ ਮੰਡੀਆਂ ਦਾ ਡੈਥ ਵਾਰੰਟ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਿਸਾਨ ਤੋਂ ਸਿੱਧੀ ਖਰੀਦ ਵੇਲੇ ਕੋਈ ਸਰਕਾਰੀ ਏਜੰਸੀ ਤਾਂ ਮੁਕਾਬਲੇ ਵਿੱਚ ਹੋਏਗੀ ਨਹੀਂ, ਜਿਹੜੀ FCI ਵਾਸਤੇ MSP 'ਤੇ ਖਰੀਦ ਕਰੇਗੀ। ਇਹ ਪੁਰਾਣੇ ਉਂਗਲਾਂ ਲੁਕੋ ਕੇ ਮੁੱਲ ਤੈਅ ਕਰਨ ਵਾਲੀ ਸਥਿਤੀ ਵਿੱਚ ਪਹੁੰਚਣ ਵਾਲੀ ਗੱਲ ਹੈ। ਕੀ ਸਰਕਾਰ ਖਰੀਦ ਕਰਨ ਤੋਂ ਬਾਹਰ ਨਿਕਲ ਚੁੱਕੀ ਹੈ? ਫਰਜ਼ ਕਰੋ ਕਿਸਾਨ ਮੰਡੀ ਵਿੱਚ ਲਿਆ ਕੇ ਫਸਲ ਢੇਰੀ ਕਰ ਦਿੰਦਾ ਹੈ। ਉੱਥੇ ਵਪਾਰੀ ਤਾਂ ਖਰੀਦ ਨਹੀਂ ਕਰੇਗਾ। ਮੌਜੂਦਾ ਮੰਡੀ ਨੂੰ ਕਿਉਂਕਿ ਹੁਣ ਖਰੀਦ ਕੇਂਦਰ ਦੀ ਪਰਿਭਾਸ਼ਾ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸਰਕਾਰ ਖੇਤੀ ਉਪਜ ਦੇ ਮੰਡੀਕਰਨ 'ਚੋਂ ਬਾਹਰ ਨਿਕਲ ਚੁੱਕੀ ਹੈ ਤੇ ਕਿਸਾਨਾਂ ਨੂੰ ਵੱਡੇ ਧਨਾਢ ਵਪਾਰੀਆਂ ਦੇ ਰਹਿਮੋ ਕਰਮ 'ਤੇ ਛੱਡ ਰਹੀ ਹੈ। ਉਹਨਾਂ ਵਪਾਰੀਆਂ ਦੇ ਸਿਰ 'ਤੇ ਕੋਈ ਕੁੰਡਾ ਨਹੀਂ ਹੋਵੇਗਾ, ਕਿਉਂਕਿ ਜ਼ਰੂਰੀ ਵਸਤਾਂ ਕਾਨੂੰਨ ਵਿੱਚ ਸੋਧ ਕਰਕੇ ਸਰਕਾਰ ਪਹਿਲਾਂ ਹੀ ਆਪਣੇ ਹੱਥ ਵੱਢ ਚੁੱਕੀ ਹੈ ਤੇ ਕਿਸੇ ਕਿਸਮ ਦਾ ਕੰਟਰੋਲ ਆਰਡਰ ਨਾ ਕਰ ਸਕਣ ਦਾ ਕਾਨੂੰਨ ਪਾਸ ਕਰ ਚੁੱਕੀ ਹੈ। ਇਹ ਜ਼ਰੂਰੀ ਵਸਤਾਂ ਕਾਨੂੰਨ 1955 ਵਿੱਚ ਸੰਵਿਧਾਨ ਦੀ ਤਰਮੀਮ ਕਰਕੇ ਪਾਸ ਕੀਤਾ ਗਿਆ ਹੈ। ਖਰੀਦ ਕੇਂਦਰ, ਜਿਸ ਨੂੰ ਟ੍ਰੇਡ ਏਰੀਆ ਕਿਹਾ ਗਿਆ ਹੈ, ਜਿਸ ਵਿੱਚ ਮੌਜੂਦਾ ਮੰਡੀ ਸ਼ਾਮਿਲ ਨਹੀਂ, ਉਸ ਵਿੱਚੋਂ ਖਰੀਦ ਕਰਨ ਵਾਸਤੇ ਟ੍ਰੇਡਰ ਭਾਵ ਉਹ ਵਿਅਕਤੀ ਜਿਸ ਦੀ ਪਰਿਭਾਸ਼ਾ ਐਕਟ ਦੀ ਧਾਰਾ 2M ਵਿੱਚ ਦਿੱਤੀ ਗਈ ਹੈ, ਉਸ ਵਿੱਚ ਉਹ ਵਿਅਕਤੀ ਸ਼ਾਮਿਲ ਹਨ ਜਿਹੜੇ ਆਪਣੇ ਲਈ ਜਾਂ ਕਿਸੇ ਹੋਰ ਲਈ ਖਰੀਦ ਕਰਦੇ ਹਨ। ਉਹਨਾਂ ਵਿੱਚ ਹੇਠ ਲਿਖੀਏ ਸ਼ਾਮਿਲ ਹੋਣਗੇ। ਇਸ ਮੰਤਵ ਲਈ ਐਕਟ ਦੀ ਧਾਰਾ 2H ਵਿੱਚ ਜੋ ਵਿਅਕਤੀ ਬਤੌਰ ਖਰੀਦਦਾਰ ਦਰਜ ਹਨ, ਉਹ ਇਹ ਹਨ: ਕੋਈ ਵਿਅਕਤੀ ਖੁਦ, ਪਾਰਟਨਰਸ਼ਿਪ ਫਰਮ, ਕੰਪਨੀ, ਲਿਮਿਟਿਡ,
ਲਾਇਬਿਲਿਟੀ ਪਾਰਟਨਰਸ਼ਿਪ ਫਰਮ, ਕੋਆਪਰੇਟਿਵ ਸੁਸਾਇਟੀ ਕੋਈ ਹੋਰ ਸੰਸਥਾ ਜਿਸ ਨੂੰ ਸੈਂਟਰ ਜਾਂ ਸਟੇਟ ਸਰਕਾਰ ਦੀ ਪ੍ਰਵਾਨਗੀ ਮਿਲੀ ਹੋਵੇ। ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ ਦੀ ਧਾਰਾ 225 ਵਿੱਚ ਖਰੀਦਦਾਰ ਵਿਅਕਤੀ ਦਾ ਅਰਥ ਹੈ ਕੋਈ ਵਿਅਕਤੀ ਖੁਦ, ਫਰਮ ਭਾਵੇਂ ਉਹ ਰਜਿਸਟਰਡ ਹੈ ਜਾਂ ਨਹੀਂ, ਹਿੰਦੂ ਅਣਵੰਡਿਆ ਪਰਿਵਾਰ, ਕੰਪਨੀ, ਕੋਆਪਰੇਟਿਵ ਸੁਸਾਇਟੀ, ਸਰਕਾਰੀ ਏਜੰਸੀ ਜਾਂ PSU ਭਾਵ ਸਰਕਾਰੀ ਸੰਸਥਾ ਜਾਂ ਕਾਰਪੋਰੇਸ਼ਨ। ਨਵੇਂ ਐਕਟ ਵਿੱਚ ਖਰੀਦਦਾਰ ਦੀ ਪਰਿਭਾਸ਼ਾ ਵਿੱਚੋਂ ਸਰਕਾਰੀ ਏਜੰਸੀ, ਕਾਰਪੋਰੇਸ਼ਨ ਭਾਵ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਸਰਕਾਰੀ ਸੰਸਥਾ PSU ਕੱਢ ਦਿੱਤੇ ਗਏ ਹਨ। ਇਸ ਦਾ ਸਪਸ਼ਟ ਸਿੱਧਾ ਅਰਥ ਹੈ ਕਿ ਸਰਕਾਰ ਤੇ ਫੂਡ ਕਾਰਪੋਰੇਸ਼ਨ ਖਰੀਦ 'ਚੋਂ ਨਿਕਲਣਾ ਹੀ ਨਹੀਂ ਚਾਹੁੰਦੀਆਂ ਬਲਕਿ ਨਿਕਲ ਚੁੱਕੀਆਂ ਹਨ। ਲੱਗਦਾ ਹੈ ਕਿ ਦੇਸ਼ ਇੱਕ ਭਿਆਨਕ ਮੋੜ 'ਤੇ ਖੜ੍ਹਾ ਹੈ ਤੇ ਕਿਸਾਨ ਇੱਕ ਡੂੰਘੀ ਖਾਈ ਦੇ ਕੰਢੇ 'ਤੇ ਖੜ੍ਹਾ ਹੈ ਜਿੱਥੋਂ ਉਸ ਨੂੰ ਕਦੇ ਵੀ ਧੱਕਾ ਦਿੱਤਾ ਜਾ ਸਕਦਾ ਹੈ ਤੇ ਉਹ ਕਦੇ ਉਸ ਖਾਈ 'ਚੋਂ ਬਾਹਰ ਨਹੀਂ ਨਿਕਲ ਪਵੇਗਾ। ਵਣਜ ਤੇ ਵਪਾਰ ਬਾਰੇ ਐਕਟ ਵਿੱਚ ਸਰਕਾਰ ਨੇ ਐਕਟ ਦੀ ਧਾਰਾ ਅਨੁਸਾਰ ਇਲੈਕਟ੍ਰੋਨਿਕ ਟ੍ਰੇਡਿੰਗ ਐਂਡ ਟ੍ਰਾਂਜੈਕਸ਼ਨ ਪਲੇਟਫਾਰਮ, ਇਲੈਕਟ੍ਰੋਨਿਕ ਉਪਕਰਨਾਂ ਰਾਹੀਂ ਵਪਾਰ ਤੇ ਲਿਖਤਾਂ ਦਾ ਪਲੇਟਫਾਰਮ ਤਿਆਰ ਕੀਤਾ ਹੈ ਜਿਸ ਰਾਹੀਂ ਆਨਲਾਈਨ ਖਰੀਦ ਫਰੋਖਤ ਹੋ ਸਕੇਗੀ, ਜਿਸ ਅਨੁਸਾਰ ਦੋ ਤਰ੍ਹਾਂ ਦਾ ਵਪਾਰ ਘੇਰਾ ਹੋਏਗਾ। ਇੱਕ ਇੰਟਰਸਟੇਟ ਟ੍ਰੇਡ, ਜਿਸ ਅਨੁਸਾਰ ਇੱਕ ਸਟੇਟ 'ਚ ਬੈਠਿਆਂ ਦੂਜੀ ਸਟੇਟ 'ਚੋਂ ਮਾਲ ਖਰੀਦਣਾ ਤੇ ਵੇਚਣਾ ਰਾਜਾਂ ਦੀ ਹੱਦਬੰਦੀ ਖਤਮ ਕੀਤੀ ਗਈ ਹੈ। ਦੂਜਾ ਭਾਗ ਇੰਟਰਾ-ਸਟੇਟ ਟ੍ਰੇਡ ਭਾਵ ਰਾਜ ਦੀਆਂ ਹੱਦਾਂ ਦੇ ਅੰਦਰ ਦਾ ਵਣਜ ਤੇ ਵਪਾਰ, ਜਿਸ ਅਨੁਸਾਰ ਵਪਾਰੀ ਨੇ ਖਾਦ ਪਦਾਰਥ ਉਸੇ ਰਾਜ ਵਿੱਚ ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ ਖਰੀਦਣ ਤੇ ਵੇਚਣਗੇ। ਪਹਿਲੇ ਸਿਸਟਮ ਵਿੱਚ ਟ੍ਰੇਡ ਏਰੀਆ ਉਸ ਰਾਜ ਦੇ ਮੰਡੀਕਰਨ ਕਾਨੂੰਨ ਹੇਠ ਬਣਾਈਆਂ ਗਈਆਂ ਮੰਡੀਆਂ, ਯਾਰਡ ਤੇ ਖਰੀਦ ਕੇਂਦਰ ਨਹੀਂ ਮੰਨੇ ਗਏ ਹਨ। ਹੁਣ ਟ੍ਰੇਡ ਏਰੀਏ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ। ਹੁਣ ਟ੍ਰੇਡ ਏਰੀਆ ਉਪਜ ਵਾਲੀ ਥਾਂ, ਫਸਲ ਇਕੱਠੀ ਕਰਨ ਵਾਲੀ ਥਾਂ ਜਿਸ ਵਿੱਚ ਫਾਰਮਗੇਟ, ਫੈਕਟਰੀ ਏਰੀਆ, ਵੇਅਰਹਾਊਸ, ਸਿਲੋ, ਕੋਲਡ ਸਟੋਰ ਜਾਂ ਹੋਰ ਥਾਵਾਂ ਜਿਹੜੀਆਂ ਸਰਕਾਰ ਨਿਰਧਾਰਿਤ ਕਰੇਗੀ ਸ਼ਾਮਿਲ ਹੋਣਗੀਆਂ। ਇਹ ਸਾਰੀਆਂ ਥਾਵਾਂ ਬਾਹਰਲੇ ਵਿਕਸਤ ਦੇਸ਼ਾਂ ਦੇ ਵੱਡੇ ਫਾਰਮਾਂ ਵਿੱਚ ਹਨ ਤੇ ਲੱਗਦਾ ਹੈ ਇਹ ਸਿਸਟਮ ਕਿਸੇ ਬਾਹਰਲੇ ਵਿਕਸਤ ਦੇਸ਼ ਦੀ ਨਕਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਮੌਜੂਦਾ ਮੰਡੀ ਟ੍ਰੇਡ ਏਰੀਆ ਹੀ ਨਹੀਂ ਰਹੀ ਤਾਂ ਸਰਕਾਰ ਦੀ ਮੰਡੀ 'ਚੋਂ ਬਤੌਰ ਖਰੀਦਦਾਰ ਬਾਹਰ ਹੋ ਗਈ ਹੈ ਤਾਂ ਖਰੀਦਦਾਰ ਕੌਣ ਰਹਿ ਜਾਵੇਗਾ? ਸਿਰਫ ਇਲੈਕਟ੍ਰੋਨਿਕ ਵਪਾਰੀ? ਜੇ ਬਾਹਰਲਾ ਵਪਾਰੀ ਅੱਧੇ ਪਿੰਡ ਦੀ ਪੈਦਾਵਾਰ ਖਰੀਦ ਕੇ ਬਾਕੀ ਛੱਡ ਦਿੰਦਾ ਹੈ ਤਾਂ ਉਹ ਕਿਸਾਨ ਫਸਲ ਕਿੱਥੇ ਲੈ ਕੇ ਜਾਣਗੇ? ਮੌਜੂਦਾ ਮੰਡੀਆਂ ਤਾਂ ਖਰੀਦ ਕੇਂਦਰ ਰਹੀਆਂ ਹੀ ਨਹੀਂ। ਇਹ ਕਾਨੂੰਨ ਕਿਸਾਨ ਮਾਰੂ ਹੀ ਨਹੀਂ, ਮੌਜੂਦਾ ਸਿਸਟਮ ਨੂੰ ਵੀ ਤਬਾਹ ਕਰਨ ਜਾ ਰਹੇ ਹਨ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦੇ ਸੰਵਿਧਾਨ ਹੱਕ ਨਹੀਂ ਹਨ। ਇਸ ਨੂੰ ਮੱਧ 33 ਦੇ ਹੋਂਦ ਵਿੱਚ ਆਉਣ ਬਾਰੇ ਪੰਨਾ 26 'ਤੇ ਵਿਚਾਰਿਆ ਗਿਆ ਹੈ।